ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਦੇ ਐਪੀਸੋਡ ਵਿੱਚ ਸਥੂਲ ਸਰੀਰ ਪੰਜਾਂ ਤੱਤਾਂ ਦੀ ਰਚਨਾ ਜੋ ਹੈ ਉਸ ਦਾ ਵਰਣਨ ਹੋਇਆ। ਅੱਜ ਆਪਾਂ ਜੋ ਸੂਖਸ਼ਮ ਸਰੀਰ ਹੈ, ਜੋ ਸਥੂਲ ਸਰੀਰ ਦੇ ਅੰਦਰ ਸੂਖਸ਼ਮ ਸਰੀਰ ਹੈ, ਜਿਹੜਾ ਕਿ ਸਥੂਲ ਸਰੀਰ ਦੀ ਜੜ੍ਹ ਹੈ, ਉਸ ਦਾ ਆਪਾਂ ਅੱਜ ਵਿਚਾਰ ਕਰਾਂਗੇ ਕਿ ਸੂਖਸ਼ਮ ਸਰੀਰ ਕੀ ਹੈ। ਬਾਣੀ ਦਾ ਫਰਮਾਨ ਹੈ, ਚੀਟੀ ਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਚੀਟੀ ਕੀੜੀ ਨੂੰ ਆਖਦੇ ਹਨ ਤੇ ਕੁੰਚਰ ਹਾਥੀ ਨੂੰ ਆਖਦੇ ਹਨ। ਚੀਟੀ ਤੇ ਕੁੰਚਰ ਅਸਤੂਲਾ, ਚੀਟੀ ਤੋਂ ਭਾਵ ਕਿ ਛੋਟੇ ਤੋਂ ਛੋਟਾ, ਬਰੀਕ ਤੋਂ ਬਰੀਕ, ਤੇ ਕੁੰਚਰ ਤੋਂ ਭਾਵ ਵੱਡੇ ਤੋਂ ਵੱਡਾ। ਇੱਥੇ ਇਹ ਲੈਣਾ ਕਿ ਚੀਟੀ ਜਿਹੜੀ ਹੈ ਉਹ ਸੂਖਸ਼ਮ ਸਰੀਰ ਹੈ ਔਰ ਕੁੰਚਰ ਜਿਹੜਾ ਹੈ ਉਹ ਸਥੂਲ ਸਰੀਰ ਹੈ। ਪਿਆਰੀ ਸਾਧ ਸੰਗਤ, ਜਿਹੜਾ ਸੂਖਸ਼ਮ ਸਰੀਰ ਹੈ ਇਹ ਸਾਡੇ ਅੰਦਰ ਦੀ ਕਿਰਿਆ ਸਾਰੀ ਕਰਦਾ ਹੈ। ਇਸ ਦੀ ਜੋ ਰਚਨਾ ਹੈ ਪੰਜਾਂ ਤੱਤਾਂ ਦੇ ਅੰਦਰ ਜੋ ਵਰਤ ਰਹੀ ਹੈ ਉਹ ਹੈ, ਅਸਲ ਇਹ 17 ਤੱਤਾਂ ਦੀ ਰਚਨਾ ਹੈ। ਜਿਹੜਾ ਸੂਖਸ਼ਮ ਸਰੀਰ ਹੈ ਇਹ 17 ਤੱਤਾਂ ਦੀ ਰਚਨਾ ਹੈ। 5 ਪ੍ਰਾਣ, 5 ਕਰਮ ਇੰਦਰੀ, 5 ਗਿਆਨ ਇੰਦਰੀ, ਮਨ ਤੇ ਬੁੱਧੀ, ਇਹ 17 ਤੱਤ ਹਨ। ਜਿਹੜੇ ਪ੍ਰਾਣ ਹਨ ਇਹ 5 ਹਨ: ਪ੍ਰਾਣ, ਅਪਾਨ, ਸਮਾਨ, ਬਿਆਨ ਤੇ ਉਦਾਨ। ਇਹ 5 ਪ੍ਰਾਣ ਹਨ: ਪ੍ਰਾਣ, ਅਪਾਨ, ਸਮਾਨ, ਬਿਆਨ ਤੇ ਉਦਾਨ। ਇਹ ਸਾਡੇ ਸਰੀਰ ਦੇ ਅੰਦਰ 5 ਪ੍ਰਾਣ ਵਸਦੇ ਹਨ। ਪੰਜ ਕਰਮ ਇੰਦਰੀ ਤੇ 5 ਗਿਆਨ ਇੰਦਰੀ। ਜਿਹੜੇ 5 ਗਿਆਨ ਇੰਦਰੀ ਹਨ ਇਹਨਾਂ ਨੂੰ 5 ਤਨ ਮਾਤਰਾ ਵੀ ਕਹਿੰਦੇ ਹਨ। ਸ਼ਾਸਤਰਵਾਦੀ ਜੋ ਵੇਦਾਂਤ ਦੇ ਵਿੱਚ ਇਹਨੂੰ 5 ਤਨ ਮਾਤਰਾ ਵੀ ਆਖਦੇ ਹਨ: ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਪਹਿਲਾਂ ਵੀ ਕਿਸੇ ਐਪੀਸੋਡ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਸੀ। ਇਹ 5 ਤਨ ਮਾਤਰਾ ਹਨ। ਇਹਨਾਂ ਨੂੰ ਗਿਆਨ ਇੰਦਰੀ ਵੀ ਆਖਿਆ ਜਾਂਦਾ ਹੈ। ਨਾਸਕਾ ਸੁੰਘਣ ਦੀ ਸ਼ਕਤੀ, ਜੀਭਾ ਬੋਲਣ ਦੀ ਸ਼ਕਤੀ, ਕੰਨਾਂ ਵਿੱਚ ਸੁਣਨ ਦੀ ਸ਼ਕਤੀ, ਚਮੜੀ ਵਿੱਚ ਸਪਰਸ਼ ਕਰਨ ਦੀ ਸ਼ਕਤੀ ਤੇ ਅੱਖਾਂ ਵਿੱਚ ਦੇਖਣ ਦੀ ਸ਼ਕਤੀ। ਇਹ 5 ਗਿਆਨ ਇੰਦਰੀ ਹਨ। ਜੋ ਕਰਮ ਇੰਦਰੀ ਹਨ, ਜਿਨ੍ਹਾਂ ਨਾਲ ਅਸੀਂ ਕਰਮ ਕਰਦੇ ਹਾਂ, ਇਹ ਵੀ 5 ਤਰ੍ਹਾਂ ਦੇ ਹਨ। ਜਿਹੜੇ 5 ਕਰਮ ਇੰਦਰੀ ਹਨ, 5 ਗਿਆਨ ਇੰਦਰੀ ਹਨ,
5 ਪ੍ਰਾਣ ਹਨ, ਮਨ ਤੇ ਬੁੱਧੀ। ਇਹਨਾਂ ਦੀ ਰਚਨਾ ਭਗਵਾਨ ਨੇ ਅਜੀਬੋ ਗਰੀਬ ਢੰਗ ਨਾਲ ਕੀਤੀ ਹੈ। ਜਿਹੜੇ 5 ਕਰਮ ਇੰਦਰੀ ਹਨ, ਜੋ ਪਾਮ ਸਾਡੇ ਪੈਰ ਹਨ, ਇਹ ਕਰਮ ਇੰਦਰਾ ਹੈ। ਸਾਡੇ ਜੋ ਹੱਥ ਹਨ, ਇਹ ਕਰਮ ਇੰਦਰਾ ਹੈ। ਜਿਸ ਦੇ ਨਾਲ ਅਸੀਂ ਮੂਤਰ ਵਿਸਰਜਨ ਕਰਦੇ ਹਾਂ, ਲਿੰਗ ਇੰਦਰਾ, ਇਹ ਕਰਮ ਇੰਦਰਾ ਹੈ। ਗੁਦਾ ਦੇ ਨਾਲ ਜੋ ਮਲ ਤਿਆਗ ਹੁੰਦਾ ਹੈ, ਇਹ ਕਰਮ ਇੰਦਰਾ ਹੈ। ਤੇ ਜੋ ਸਾਡਾ ਮੁੱਖ ਹੈ, ਪਿਆਰੀ ਸਾਧ ਸੰਗਤ, ਇਸ ਦੇ ਵਿੱਚ 2 ਇੰਦਰੇ ਹਨ। ਇੱਕ ਗਿਆਨ ਇੰਦਰਾ ਹੈ, ਕਰਮ ਇੰਦਰਾ ਹੈ। ਜਿਹੜਾ ਕਰਮ ਇੰਦਰਾ ਹੈ, ਉਹ ਹੈ ਬੋਲਣ ਦੀ ਸ਼ਕਤੀ। ਜਿਹੜਾ ਗਿਆਨ ਇੰਦਰਾ ਹੈ, ਉਹ ਹੈ ਰਸ ਲੈਣ ਦੀ ਸ਼ਕਤੀ। ਇਹ ਜੀਵਾ 2 ਕੰਮ ਕਰਦੀ ਹੈ, ਇੱਕ ਰਸ ਲੈਂਦੀ ਹੈ ਤੇ ਇੱਕ ਬੋਲਣ ਦਾ ਕੰਮ ਕਰਦੀ ਹੈ। ਜਿਹੜਾ ਬੋਲਣ ਦਾ ਕੰਮ ਹੈ, ਉਹ ਹੈ ਕਰਮ ਇੰਦਰਾ। ਜਿਹੜਾ ਰਸ ਲੈਣ ਦਾ, ਸਵਾਦ ਲੈਣ ਦਾ ਕੰਮ ਹੈ, ਉਹ ਹੈ ਗਿਆਨ ਇੰਦਰਾ। 5 ਕਰਮ ਇੰਦਰੀ, 5 ਗਿਆਨ ਇੰਦਰੀ, 5 ਪ੍ਰਾਣ ਜੋ ਵੱਖ-ਵੱਖ ਜਗ੍ਹਾ 'ਤੇ ਸਾਡੇ ਵਸਦੇ ਹਨ। 5 ਪ੍ਰਾਣ, ਇਹ 15 ਤੱਤ ਰਲ ਕੇ ਕੰਮ ਕਰਦੇ ਹਨ ਤੇ ਬੁੱਧੀ ਔਰ ਮਨ ਦੇ ਸਹਿਤ ਇਹ ਵਿਚਾਰ ਔਰ ਸੰਕਲਪ ਕਰਦੇ ਹਨ, ਕਿਹੜਾ ਕੰਮ ਠੀਕ ਹੈ, ਕਿਹੜਾ ਨਹੀਂ ਠੀਕ ਹੈ। ਇਹ ਜੋ 17 ਤੱਤ ਹਨ, ਮਨ ਦਾ ਕੰਮ ਹੈ ਸੰਕਲਪ ਕਰਨਾ। ਮਨ ਆਖਦੇ ਹੀ ਸੰਕਲਪ ਕਰਨੇ ਨੂੰ ਹਨ। ਇਹ ਹਮੇਸ਼ਾ ਸੰਕਲਪ ਕਰਦਾ ਹੀ ਰਹਿੰਦਾ ਹੈ। ਜਿਸ ਤਰ੍ਹਾਂ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ, ਬੁਲਬੁਲੇ ਬਣਦੇ ਰਹਿੰਦੇ ਹਨ, ਇਸੇ ਤਰ੍ਹਾਂ ਸਾਡੇ ਅੰਦਰਲੀ ਜੋ ਕਿਰਿਆ ਹੈ, ਉਹ ਪ੍ਰਫੁੱਲਤ ਹੁੰਦੀ ਰਹਿੰਦੀ ਹੈ ਮਨ ਦੇ ਦੁਆਰਾ। ਤੇ ਜੋ ਉਸ ਨੂੰ ਸਹੀ ਜਾਂ ਗਲਤ ਕਰਨਾ, ਇਹ ਬੁੱਧੀ ਦਾ ਕੰਮ ਹੈ, ਦਿਮਾਗ ਦਾ ਕੰਮ ਹੈ। ਮਨ ਦਾ ਕੰਮ ਹੈ ਸੰਕਲਪ ਕਰਨਾ, ਬੁੱਧੀ ਦਾ ਕੰਮ ਹੈ ਨਿਸ਼ਚੇ ਕਰਨਾ। ਪਿਆਰੀ ਸਾਧ ਸੰਗਤ ਦੇ 17 ਤੱਤ ਹਨ, ਜਿਨ੍ਹਾਂ ਨੂੰ ਸੂਖਸ਼ਮ ਸਰੀਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਮੋਟਰ ਗੱਡੀ ਦੀ ਜਿਹੜੀ ਬੋਡੀ ਹੁੰਦੀ ਹੈ, ਉਹ ਬਾਹਰਲਾ ਹਿੱਸਾ, ਤੇ ਜਿਹੜਾ ਇੰਜਣ ਹੁੰਦਾ ਹੈ ਅੰਦਰਲਾ, ਉਹ ਹੁੰਦਾ ਹੈ ਸੂਖਸ਼ਮ ਸਰੀਰ। ਸਾਡੇ ਸਾਰਿਆਂ ਦੇ ਅੰਦਰ ਸੂਖਸ਼ਮ ਸਰੀਰ ਹੈ, ਜਿਹੜਾ ਕਿਰਿਆ ਕਰ ਰਿਹਾ ਹੈ, ਬਾਹਰਲੇ ਸਰੀਰ ਨੂੰ ਚੇਤਨ ਕਰ ਰਿਹਾ ਹੈ। ਵੈਸੇ ਸਰੀਰ ਜੜ ਹੈ, ਇਹਨੂੰ ਚੇਤਨ ਸ਼ਕਤੀ ਜੋ ਦੇ ਰਿਹਾ ਹੈ, ਉਹ ਹੈ ਸੂਖਸ਼ਮ ਸਰੀਰ। ਤੇ ਪਿਆਰੀ ਸਾਧ ਸੰਗਤ, ਇਹ ਜੋ ਸੂਖਸ਼ਮ ਸਰੀਰ ਹੈ, ਸਾਡੇ ਸਾਰਿਆਂ ਦੇ ਅੰਦਰ ਕੰਮ ਕਰ ਰਿਹਾ ਹੈ। ਜਦੋਂ ਸਥੂਲ ਸਰੀਰ ਦੀ ਮੌਤ ਹੋ ਜਾਂਦੀ ਹੈ, ਜਦੋਂ ਪਰਲੋਕ ਗਮਨ ਹੁੰਦਾ ਹੈ, ਤਾਂ ਇਹੀ ਸੂਖਸ਼ਮ ਸਰੀਰ ਨਿਕਲ ਕੇ ਉਸ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾ ਕੇ ਖੜਾ ਹੁੰਦਾ ਹੈ। ਚਿੱਤਰਗੁਪਤ ਇਸ ਦਾ ਲੇਖਾ ਕਰਦੇ ਹਨ, ਕਿਹੜੇ ਪੁੰਨ ਕੀਤੇ, ਕਿਹੜੇ ਪਾਪ ਕੀਤੇ। ਤਾਂ ਜਮਦੂਤ ਜਾਂ ਭਗਵਾਨ ਦੇ ਪਾਰਸ਼ਦ, ਜਿਹੜੇ ਉੱਚ ਬਿਰਤੀ ਦੇ ਮਾਲਕ ਹਨ, ਉਹਨਾਂ ਨੂੰ ਦੇਵਤੇ ਲੈਣ ਆਉਂਦੇ ਹਨ, ਪਾਰਸ਼ਦ ਲੈਣ ਆਉਂਦੇ ਹਨ। ਜਿਹੜੇ ਖੋਟੇ ਕਰਮ ਕਰਨੇ ਵਾਲੇ ਹਨ, ਉਹਨਾਂ ਨੂੰ ਜਮਦੂਤ ਲੈਣ ਆਉਂਦੇ ਹਨ। ਬਾਣੀ ਦਾ ਫਰਮਾਨ ਹੈ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ।
ਜਦੋਂ ਨਾਮ ਦਾ ਪ੍ਰਤਾਪ ਸਾਹਮਣੇ ਦੇਖਦੇ ਹਨ ਤੇ ਜਮਦੂਤ ਛੱਡ ਕੇ ਭੱਜ ਜਾਂਦੇ ਹਨ ਤੇ ਉੱਥੇ ਭਗਵਾਨ ਦੇ ਪਾਰਸ਼ਦ ਜੋ ਭਗਵਾਨ ਦੇ ਦੇਵਤੇ ਹਨ ਉਹ ਲੈਣ ਆਉਂਦੇ ਹਨ ਇਸ ਮਨੁੱਖ ਨੂੰ। ਜਿਹੜਾ ਵਿੱਚੋਂ ਨਿਕਾਲ ਕੇ ਖੜਦੇ ਹਨ ਉਹ ਸੂਖਸ਼ਮ ਸਰੀਰ ਹੈ। ਜੇ ਸੂਖਸ਼ਮ ਸਰੀਰ ਸਾਡੇ ਸਥੂਲ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਇਸ ਨੂੰ ਕੁਛ ਵੀ ਕਰੀ ਚਲੋ, ਸਥੂਲ ਸਰੀਰ ਨੂੰ ਕੋਈ ਤੱਤਾ ਠੰਡਾ ਨਹੀਂ ਲੱਗਦਾ, ਅੱਗ ਦੇ ਵਿੱਚ ਪਾ ਦੇਵੋ ਚਾਹੇ ਪਾਣੀ ਦੇ ਵਿੱਚ ਪਾ ਦੇਵੋ, ਇਸ ਨੂੰ ਕੁਛ ਨਹੀਂ ਹੁੰਦਾ। ਜੋ ਅੰਦਰ ਸੂਖਸ਼ਮ ਸਰੀਰ ਹੈ ਕਿਰਿਆ ਉਸ ਦੀ ਹੋ ਰਹੀ ਹੈ, ਸਭ ਕੁਛ ਉਸ ਨੂੰ ਮਹਿਸੂਸ ਹੁੰਦਾ ਹੈ। ਸੋ ਸੂਖਸ਼ਮ ਸਰੀਰ ਆਉਂਦਾ ਜਾਂਦਾ ਹੈ, ਸਥੂਲ ਸਰੀਰ ਦੇ ਸਹਿਤ ਸਥੂਲ ਸਰੀਰ ਉਸ ਦੀ ਕਿਰਿਆ ਕਰਕੇ ਹੀ ਕਿਰਿਆਮਾਨ ਹੋ ਰਿਹਾ ਹੈ। ਜੋ ਜਨਮ ਮਰਨ ਹੁੰਦਾ ਹੈ ਉਹ ਸਥੂਲ ਸਰੀਰ ਜੋ ਆਉਂਦਾ ਜਾਂਦਾ ਹੈ ਉਹ ਸਿਰਫ ਸੂਖਸ਼ਮ ਸਰੀਰ ਕਰਕੇ ਆਉਂਦਾ ਜਾਂਦਾ ਹੈ। ਜਦੋਂ ਤੱਕ ਇਸ ਦੇ ਪੁੰਨ ਪਾਪ ਖਤਮ ਨਹੀਂ ਹੁੰਦੇ ਉਦੋਂ ਤੱਕ ਇਸ ਦਾ ਜਨਮ ਮਰਨ ਬਣਿਆ ਰਹਿੰਦਾ ਹੈ। ਸੋ ਪਿਆਰੀ ਸਾਧ ਸੰਗਤ, ਇਹ ਸੂਖਸ਼ਮ ਸਰੀਰ ਹੈ ਜਿਸ ਦਾ ਅਸੀਂ ਵਰਣਨ ਕੀਤਾ ਹੈ। ਸੂਖਸ਼ਮ ਸਰੀਰ 5 ਪ੍ਰਾਣ ਪਰ 5 ਕਰਮ ਇੰਦਰੀ, 5 ਗਿਆਨ ਇੰਦਰੀ, ਮਨ ਤੇ ਬੁੱਧੀ, ਇਸ ਤਰ੍ਹਾਂ ਤੱਤਾਂ ਦੀ ਰਚਨਾ ਹੈ। ਸੋ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਅਗਲਾ ਸਰੀਰ ਹੈ, ਉਸ ਦਾ ਵਰਣਨ ਕਰਾਂਗੇ। ਅੱਜ ਇਤਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।